ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਨ ਕੇ। ਨਸ਼ਾ ਇਕੱਲੇ ਆਦਮੀ ਦਾ ਭੈੜਾ ਪਰ ਪੱਕਾ ਸਾਥੀ ਹੁੰਦਾ ਹੈ। ਦਿਲ ਦੀਆਂ ਗੱਲਾਂ ਕਰਨ ਵਾਸਤੇ ਤਿਆਰੀ ਕਰਨ ਦੀ ਲੋੜ ਨਹੀਂ ਪੈਂਦੀ। ਜਦੋਂ ਮਨ ਪ੍ਰਸੰਨ ਹੋਵੇ ਤਾਂ ਕੋਈ ਚੀਜ਼ ਭਾਰੀ ਨਹੀਂ ਲੱਗਦੀ। ਜਿਨ੍ਹਾਂ ਬੱਚਿਆਂ ਤੋਂ ਵੱਡਿਆਂ ਵਾਲਾ ਵਿਹਾਰ ਮੰਗਿਆ ਜਾਂਦਾ ਹੈ, ਉਹ ਅਕਸਰ ਵੱਡੇ ਹੋ ਕੇ ਬੱਚਿਆਂ ਵਾਂਗ ਵਿਹਾਰ ਕਰਦੇ ਹਨ। ਟਰੈਕਟਰ ਕਿਸਾਨ ਨੂੰ ਮਕੈਨਿਕ ਬਣਾ ਦਿੰਦਾ ਹੈ। ਕੰਮ ਦੀ ਬਹੁਤਾਤ ਨਾਲ ਥਕਾਵਟ ਦੇ ਨਾਲ ਆਮਦਨ ਵੀ ਉਪਜਦੀ ਹੈ। ਵਿਹਲੇਪਣ ਵਿੱਚੋਂ ਥਕਾਵਟ ਦੇ ਨਾਲ ਨਾਲ ਅਕੇਵਾਂ ਵੀ ਉਪਜਦਾ ਹੈ। ਸਰਕਾਰੀ ਕਰਮਚਾਰੀ ਅਕਸਰ ਸੋਮਵਾਰ ਨੂੰ ਬਿਮਾਰ ਪੈਂਦੇ ਹਨ ਕਿਉਂਕਿ ਉਹਨਾਂ ਨੂੰ 2 ਦਿਨ ਦੇ ਨਿਰੰਤਰ ਆਰਾਮ ਨਾਲ ਬੁਖਾਰ ਹੋ ਜਾਂਦਾ ਹੈ। ਜੇ ਮੰਗਣੀ ਬਹੁਤ ਲਮਕ ਜਾਵੇ ਤਾਂ ਵਿਆਹ ਦੀ ਸੰਭਾਵਨਾ ਸੁੰਗੜ ਜਾਂਦੀ ਹੈ। ਜਦੋਂ ਕੋਈ ਉਧਾਰ ਲੈ ਕੇ ਵਾਪਸ ਨਹੀਂ ਕਰਦਾ, ਉਹ ਦੇਣ ਵਾਲੇ ਦੀਆਂ ਯਾਦਾਂ ਵਿੱਚ ਵਸ ਜਾਂਦਾ ਹੈ। ਜੇ ਇਮਤਿਹਾਨਾਂ ਦੇ ਮੁੱਕਦਿਆਂ ਹੀ ਕਿਸੇ ਨਾਲ ਪਿਆਰ ਹੋ ਜਾਵੇ ਤਾਂ ਲੱਗਦਾ ਹੈ ਜਿਵੇਂ ਇਮਤਿਹਾਨ ਖਤਮ ਹੀ ਨਹੀਂ ਹੋਏ। ਅਜੋਕੇ ਯੁੱਗ ਵਿੱਚ ਫੈਸ਼ਨਦਾਰ ਲੋਕ ਕੱਪੜੇ ਪਾ ਕੇ ਫੈਸ਼ਨ ਨਹੀਂ ਕਰਦੇ, ਕੱਪੜੇ ਲਾਹ ਕੇ ਫੈਸ਼ਨ ਵਿਖਾਉਂਦੇ ਹਨ। ਦੁਸ਼ਮਣ ਹਮੇਸ਼ਾ ਸਿਆਣੇ ਹੁੰਦੇ ਹਨ। ਮੂਰਖਾਂ ਨੂੰ ਦੁਸ਼ਮਣ ਬਣਾਉਣਾ ਸੰਭਵ ਨਹੀਂ ਹੁੰਦਾ। ਘਰ ਦੀਆਂ ਫਾਲਤੂ ਚੀਜ਼ਾਂ ਘਰ ਵਿੱਚ ਹੀ ਇਸ ਲਈ ਰਹਿੰਦੀਆਂ ਹਨ ਕਿਉਂਕਿ ਜਿਨ੍ਹਾਂ ਨੂੰ ਇਹ ਦਿੱਤੀਆਂ ਜਾ ਸਕਦੀਆਂ ਹਨ, ਉਹ ਸਾਨੂੰ ਚੰਗੇ ਨਹੀਂ ਲੱਗਦੇ। ਜੇ ਜਵਾਨ ਚਿਹਰੇ 'ਤੇ ਸ਼ਰਮ ਦੀ ਭਾ ਨਾ ਹੋਵੇ, ਉਹ ਸੋਹਣਾ ਅਤੇ ਵਿਸ਼ਵਾਸਯੋਗ ਨਹੀਂ ਲੱਗਦਾ। ਚੰਗੀ ਰਚਨਾ ਉਹ ਹੁੰਦੀ ਹੈ ਜਿਹੜੀ ਮੁੱਕਣ ਉਪਰੰਤ ਵੀ ਪਾਠਕ ਦੇ ਮਨ ਵਿੱਚ ਚੱਲਦੀ ਰਹਿੰਦੀ ਹੈ। ਅਜੋਕੇ ਯੁੱਗ ਵਿੱਚ ਅਸੀਂ ਆਪਣਾ ਸੱਭਿਆਚਾਰ ਗਵਾ ਨਹੀਂ ਰਹੇ, ਅਸੀਂ ਹੋਰ ਸੱਭਿਆਚਾਰਾਂ ਤੋਂ ਜਾਣੂ ਹੋ ਰਹੇ ਹਾਂ। ਕਈਆਂ ਨੇ ਬੜੇ ਗਹਿਣੇ ਪਾਏ ਹੁੰਦੇ ਹਨ, ਪਰ ਫਿਰ ਵੀ ਉਹਨਾਂ ਦੀ ਕਰੂਪਤਾ ਘਟਦੀ ਨਹੀਂ, ਸਗੋਂ ਵੱਧ ਜਾਂਦੀ ਹੈ। ਬਾਜ਼ਾਰ ਵਿੱਚ ਜਦੋਂ ਕੀਮਤਾਂ ਬੇਸ਼ਰਮ ਹੋ ਜਾਂਦੀਆਂ ਹਨ ਤਾਂ ਗਾਹਕਾਂ ਨੂੰ ਚੀਜ਼ਾਂ ਖਰੀਦਣ ਤੋਂ ਸ਼ਰਮ ਆਉਣ ਲੱਗ ਪੈਂਦੀ ਹੈ। ਜੇ ਪਿਆਰ ਹੋ ਜਾਵੇ ਤਾਂ ਦੋਹਾਂ ਧਿਰਾਂ ਦੀ ਹਾਲਤ ਤਰਸਯੋਗ ਹੋ ਜਾਂਦੀ ਹੈ। ਵਿਚਾਰਾਂ ਵਿੱਚ ਰੰਗ ਭਰਨ ਨੂੰ ਚਿੱਤਰਕਲਾ ਕਹਿੰਦੇ ਹਨ। ਜਿਉਂ-ਜਿਉਂ ਇਸਤਰੀ ਦੀ ਉਮਰ ਵੱਧਦੀ ਹੈ, ਉਸਦੇ ਡਰ ਜਵਾਨ ਹੋ ਜਾਂਦੇ ਹਨ। ਕਈ ਲੇਖਕਾਂ ਦੀਆਂ ਰਚਨਾਵਾਂ ਵਿੱਚ ਅਰਥ ਸ਼ਬਦਾਂ ਵਿੱਚ ਹੀ ਅੜੇ ਰਹਿੰਦੇ ਹਨ। ਜਿਹੜੇ ਵਿਰਸੇ ਵਿੱਚ ਮਿਲੀ ਜਾਇਦਾਦ ਨਾਲ ਹੋਰ ਜਾਇਦਾਦ ਨਹੀਂ ਜੋੜਦੇ, ਉਹਨਾਂ ਦਾ ਚਰਿੱਤਰ ਨਿਗਰਨ ਲੱਗ ਪੈਂਦਾ ਹੈ। ਸਮਾਜ ਵਿੱਚ ਪੁਰਸ਼ ਦੀ ਤਾਕਤਵਰ ਹੈਸੀਅਤ ਕਾਰਨ ਉਸਦੇ ਔਗੁਣ ਕਿਧਰੇ ਵੀ ਚਰਚਾ ਦਾ ਵਿਸ਼ਾ ਨਹੀਂ ਬਣਦੇ, ਪਰ ਇਸਤਰੀ ਆਪਣੀ ਕਮਜ਼ੋਰ ਹੈਸੀਅਤ ਕਾਰਨ ਹਰ ਥਾਂ ਤਮਾਸ਼ਾ ਬਣਦੀ ਹੈ। ਲੇਖਕ ਆਪਣੀ ਕਲਮ ਨਾਲ ਚੰਨ ਚਾੜ੍ਹਦਾ ਅਤੇ ਸੂਰਜ ਡੋਬਦਾ ਹੈ। ਜੀਵਨ ਦਾ ਉਦੇਸ਼ ਕੋਈ ਨਹੀਂ, ਉਦੇਸ਼ ਮਨੁੱਖੀ ਦਿਮਾਗ ਦੀ ਕਾਢ ਹੈ। ਜਦੋਂ ਕੋਈ ਲੜਕੀ ਵਿਆਹ ਲਈ ਹਾਂ ਕਰ ਦਿੰਦੀ ਹੈ ਤਾਂ ਉਸ ਮਗਰੋਂ ਉਸਦੇ ਹੱਥ ਕੁਝ ਨਹੀਂ ਰਹਿੰਦਾ। ਕਈ ਪਤੀ ਪਤਨੀਆਂ ਨਾਲ ਰੁੜਦੇ ਰਹਿੰਦੇ ਹਨ, ਕਈ ਪਤਨੀਆਂ ਨੂੰ ਪਤੀ ਯੂੰ ਹੀ ਧੂਹੀ ਜਾਂਦੇ ਹਨ, ਪਤੀ ਪਤਨੀ ਨਾਲ ਨਾਲ ਘੱਟ ਹੀ ਤੁਰਦੇ ਹਨ। ਜਦੋਂ ਅਕਲ ਜਵਾਬ ਦੇ ਜਾਂਦੀ ਹੈ, ਉਦੋਂ ਦਿਲ ਫੈਸਲੇ ਕਰਦਾ ਹੈ। ਪਿਆਰ ਅੰਨ੍ਹਾ ਨਹੀਂ ਹੁੰਦਾ, ਇਹ ਨਵੀਆਂ ਅੱਖਾਂ ਦਿੰਦਾ ਹੈ। ਪੁਰਸ਼ ਦੀਆਂ 3 ਤੀਬਰ ਇੱਛਾਵਾਂ ਹਨ: ਸੰਤਾਨ, ਦੌਲਤ ਅਤੇ ਪ੍ਰਸਿੱਧੀ। ਹੋਰ ਸਾਰੀਆਂ ਇੱਛਾਵਾਂ ਇਹਨਾਂ ਤਿੰਨਾਂ ਵਿੱਚ ਸਮੋਈਆਂ ਹੋਈਆਂ ਹਨ। ਮਹਾਨ ਗਿਆਨ ਕਦੇ ਵੀ ਮਨੋਰੰਜਨ ਨਹੀਂ ਬਣਦਾ। ਕਿਸੇ ਦਾ ਡਰ ਜਾਂ ਰੋਹਬ ਉਸ ਵੱਲੋਂ ਨੁਕਸਾਨ ਕੀਤੇ ਜਾ ਸਕਣ ਦੇ ਅਨੁਪਾਤ ਵਿੱਚ ਹੁੰਦਾ ਹੈ।
ਅਸਲੀ ਸੋਹਣਾ ਉਹ ਹੁੰਦਾ ਹੈ ਜਿਹੜਾ ਅੰਨੇ ਨੂੰ ਵੀ ਸੋਹਣਾ ਲੱਗੇ। ਜਿਹੜੇ ਦੁੱਖਾਂ ਲਈ ਅਸੀਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ, ਉਹ ਦੁੱਖ ਅਸੀਂ ਕਿਸਮਤ ਦੇ ਖਾਤੇ ਵਿੱਚ ਪਾ ਦਿੰਦੇ ਹਾਂ। ਜਦੋਂ ਤੱਕ ਜੀਵਨ ਵਿੱਚ ਮਨੁੱਖ ਕੁਝ ਕਰਦਾ ਨਹੀਂ, ਉਸ ਨੂੰ ਆਪਣੀ ਸਮਰੱਥਾ ਦਾ ਪਤਾ ਵੀ ਨਹੀਂ ਲੱਗਦਾ। ਪੇਂਡੂ ਪਿੰਡ ਵਿੱਚੋਂ ਨਿਕਲ ਆਉਂਦੇ ਹਨ, ਪਰ ਪਿੰਡ ਉਹਨਾਂ ਵਿੱਚੋਂ ਨਹੀਂ ਨਿਕਲਦਾ। ਚੁੱਪ ਰਹਿਣ ਦੀ ਅਸਫਲਤਾ ਮਨੁੱਖ ਦੀਆਂ ਵੱਡੀਆਂ ਅਸਫਲਤਾਵਾਂ ਵਿੱਚੋਂ ਮੋਹਰੀ ਅਸਫਲਤਾ ਹੈ। ਲੋਕਾਂ ਦੀ ਪਿੱਠ ਪਿੱਛੇ ਕਹੀਆਂ ਗੱਲਾਂ ਜੇ ਸਾਹਮਣੇ ਕਹੀਆਂ ਜਾਣ ਤਾਂ ਸਾਡੀ ਅਤੇ ਸਮਾਜ ਦੀ ਹੋਂਦ ਹੀ ਮਿਟ ਜਾਵੇਗੀ। ਕਈ ਅਖੌਤੀ ਕਵੀਆਂ ਦਾ ਕਸੂਰ ਇਹ ਹੁੰਦਾ ਹੈ ਕਿ ਉਹਨਾਂ ਨੇ ਆਪਣੀ ਕਵਿਤਾ ਕਦੇ ਸਰੋਤਿਆਂ ਵਿੱਚ ਬਹਿ ਕੇ ਨਹੀਂ ਸੁਣੀ ਹੁੰਦੀ। ਜਿਸ ਨੂੰ ਮੁਆਫ਼ੀ ਮੰਗਣੀ ਪੈ ਜਾਵੇ, ਉਹ ਬਦਲਾ ਲੈਣ ਲਈ ਮੌਕਾ ਲੱਭੇਗਾ। ਨਾ ਉਧਾਰ ਲਵੋ ਨਾ ਦਿਓ, ਜੇ ਮੁਸੀਬਤ ਪੈ ਹੀ ਜਾਵੇ ਤਾਂ ਉਧਾਰ ਦੇ ਭਾਵੇਂ ਦਿਓ। ਲਓ ਨਾ ਦਿਓਗੇ ਮੁੜੇਗਾ ਨਹੀਂ, ਲਓਗੇ ਮੋੜ ਨਹੀਂ ਸਕੋਗੇ। ਨਾ ਉਧਾਰ ਲਵੋ ਨਾ ਦਿਓ, ਜੇ ਮੁਸੀਬਤ ਪੈ ਹੀ ਜਾਵੇ ਤਾਂ ਉਧਾਰ ਦੇ ਭਾਵੇਂ ਦਿਓ। ਲਓ ਨਾ ਦਿਓਗੇ ਮੁੜੇਗਾ ਨਹੀਂ, ਲਓਗੇ ਮੋੜ ਨਹੀਂ ਸਕੋਗੇ। ਠੀਕ ਸੋਚ ਵਾਲੇ ਬੰਦੇ ਫਿਲਾਸਫਰ ਹੋ ਸਕਦੇ ਹਨ, ਇਨਕਲਾਬੀ ਨਹੀਂ। ਜ਼ਿੰਦਗੀ ਬੜੀ ਸੰਖੇਪ ਹੈ, ਪਰ ਜਿਸ ਨੇ ਆਪਣੇ ਆਪ ਨੂੰ ਬਰਬਾਦ ਕਰਨਾ ਹੋਵੇ, ਉਸ ਲਈ ਚੋਖੀ ਲੰਮੀ ਹੈ। ਅਜੋਕੇ ਯੁੱਗ ਵਿੱਚ ਗਰੀਬ ਉਹ ਹੈ ਜਿਸ ਨੂੰ ਕਿਸੇ ਚੋਰ ਦਾ ਡਰ ਨਹੀਂ। ਬੁੱਢੇ ਅਮੀਰ ਪਤੀ ਦੇ ਮਰਨ ਤੇ ਜਵਾਨ ਵਿਧਵਾ ਇੱਕ ਅੱਖ ਨਾਲ ਰੋਂਦੀ ਹੈ ਤੇ ਦੂਜੀ ਅੱਖ ਨਾਲ ਹੱਸਦੀ ਹੈ। ਫੌਜੀਆਂ ਨੂੰ ਵਰਦੀ ਹੀ ਫੱਬਦੀ ਹੈ। ਸਧਾਰਨ ਕੱਪੜੇ ਇੰਝ ਲੱਗਦੇ ਹਨ ਜਿਵੇਂ ਉਹਨਾਂ ਨੇ ਕਿਸੇ ਦੇ ਮੰਗ ਕੇ ਪਾਏ ਹੋਣ। ਧਾਰਮਿਕ ਸਥਾਨ ਸਦੀਆਂ ਤੋਂ ਪਰਮਾਤਮਾ ਦੇ ਪ੍ਰਬੰਧ ਅਧੀਨ ਚੱਲ ਰਹੇ ਹਨ। ਕਦੇ ਘਾਟਾ ਨਹੀਂ ਪਿਆ, ਕਿਸੇ ਦਾ ਖੇਤਰਫਲ ਨਹੀਂ ਘਟਿਆ। ਪੁੱਤਰ ਜਿਤਨੇ ਮਰਜ਼ੀ ਹੋਣ, ਪਿਤਾ ਬਣਨ ਦੀ ਤਸੱਲੀ ਧੀ ਨਾਲ ਹੀ ਮਿਲੇਗੀ। ਨਿੰਦਰ ਦੌਰਾਨ ਅਸੀਂ ਜਿਉਂਦੇ ਵੀ ਹੁੰਦੇ ਹਾਂ ਤੇ ਮਰੇ ਹੋਏ ਵੀ ਹੁੰਦੇ ਹਾਂ। ਸੱਚ ਬੋਲਣ ਦੀ ਹੀ ਨਹੀਂ, ਸੁਣਨ ਦੀ ਵੀ ਹਿੰਮਤ ਘਟ ਰਹੀ ਹੈ। ਬੱਚੇ ਆਪਣੇ ਮਾਪਿਆਂ ਨੂੰ ਦਾਦਾ ਦਾਦੀ, ਨਾਨਾ ਨਾਨੀ ਕਹਿ ਕੇ ਬਜ਼ੁਰਗ ਬਣਾ ਦਿੰਦੇ ਹਨ। ਜੀਵਨ ਵਿੱਚ ਪਹਿਲਾਂ ਹੀ ਬੜੇ ਦੁੱਖ ਹਨ। ਕਈ ਵਿਆਹ ਕਰਕੇ ਦੁੱਖਾਂ ਦੀ ਟਕਸਾਲ ਹੀ ਲਾ ਲੈਂਦੇ ਹਨ। ਗੁਲਾਬ ਦੇ ਫੁੱਲ ਥੋੜ੍ਹੇ ਹੁੰਦੇ ਹਨ ਅਤੇ ਥੋੜ੍ਹਿਆਂ ਲਈ ਹੁੰਦੇ ਹਨ। ਜਦੋਂ ਲਾਇਕ ਬੰਦਾ ਮਿਹਨਤ ਨਹੀਂ ਕਰਦਾ ਤਾਂ ਸਧਾਰਨ ਬੰਦਾ ਮਿਹਨਤ ਕਰਕੇ ਲਾਇਕ ਤੋਂ ਵੀ ਅੱਗੇ ਲੰਘ ਜਾਂਦਾ ਹੈ। ਮੇਜ਼ ਤੇ ਸਲੀਕੇ ਨਾਲ ਰੱਖਿਆ ਭੋਜਨ ਮਹਿਮਾਨ ਨੂੰ ਕਹਿ ਰਿਹਾ ਹੁੰਦਾ ਹੈ, ਤੁਸੀਂ ਬੜੇ ਮਹੱਤਵਪੂਰਨ ਹੋ। ਅਸਲ ਗੱਲ ਇਹ ਹੁੰਦੀ ਹੈ ਕਿ ਅਸਲੀ ਗੱਲ ਕੀਤੀ ਕਿਵੇਂ ਜਾਵੇ। ਬਹੁਤ ਸਿਆਣੇ ਅਤੇ ਬਹੁਤ ਮੂਰਖ ਕਦੇ ਨਹੀਂ ਬਦਲਦੇ। ਬੇਕਾਬੂ ਘੋੜੇ ਦੀ ਰਫ਼ਤਾਰ ਦੇ ਕੋਈ ਅਰਥ ਨਹੀਂ ਹੁੰਦੇ। ਹਰ ਪਾਪ ਅਤੇ ਕੁਕਰਮ ਵਿੱਚ ਘੱਟੋ ਘੱਟ 2 ਵਿਅਕਤੀ ਸ਼ਾਮਲ ਹੁੰਦੇ ਹਨ। ਆਪਣੇ ਦੁਸ਼ਮਣਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਕਿਉਂਕਿ ਉਹ ਹੀ ਸਾਡੇ ਬਾਰੇ ਸੱਚ ਬੋਲਦੇ ਹਨ। ਜਿਸ ਨੂੰ ਆਪਣਾ ਨਾਂ ਪਸੰਦ ਨਹੀਂ, ਉਸ ਦੀ ਕਾਰਗੁਜ਼ਾਰੀ ਦੀ ਪੱਧਰ ਉੱਚੀ ਨਹੀਂ ਹੋਵੇਗੀ। ਹਰ ਡਾਕਟਰ ਦੀ ਕੋਈ ਨਾ ਕੋਈ ਮਨਪਸੰਦ ਬਿਮਾਰੀ ਹੁੰਦੀ ਹੈ। ਚੰਗੇ ਲਤੀਫਿਆਂ ਵਿੱਚ ਹਸਾਉਣ ਦੇ ਨਾਲ ਨਾਲ ਸਿਆਣਾ ਬਣਾਉਣ ਦੀ ਵੀ ਸ਼ਕਤੀ ਹੁੰਦੀ ਹੈ। ਅਸਲ ਵਿੱਚ ਪ੍ਰਸਿੱਧ ਉਹ ਹੁੰਦਾ ਹੈ ਜਿਸ ਉੱਤੇ ਸਕੂਲੀ ਬੱਚਿਆਂ ਨੂੰ ਲੇਖ ਲਿਖਣ ਲਈ ਕਿਹਾ ਜਾਵੇ। ਯਾਤਰਾ ਨਾਲ ਪੱਖਪਾਤ ਘਟਦੇ ਹਨ ਅਤੇ ਦੂਜਿਆਂ ਨੂੰ ਪ੍ਰਵਾਨ ਕਰਨ ਦੀ ਯੋਗਤਾ ਵੱਧਦੀ ਹੈ। ਮਹਾਂਕਾਵਿ ਅਤੇ ਧਾਰਮਿਕ ਗ੍ਰੰਥ ਨਾਵਾਂ ਦਾ ਭੰਡਾਰ ਹੁੰਦੇ ਹਨ। ਕਿਸੇ ਦੇਸ਼ ਦੀਆਂ ਇਮਾਰਤਾਂ ਉਸ ਦੇਸ਼ ਦੇ ਲੋਕਾਂ ਦੇ ਇਰਾਦਿਆਂ ਅਤੇ ਸੋਚਾਂ ਦਾ ਪ੍ਰਗਟਾਵਾ ਹੁੰਦੀਆਂ ਹਨ।
ਘਰ ਦਾ ਸੁੱਖ ਘਰੋਂ ਦੂਰ ਜਾ ਕੇ ਹੀ ਪਤਾ ਲੱਗਦਾ ਹੈ। ਬੱਚੇ ਦਾ ਨਾਂ ਸੋਚ ਸਮਝ ਕੇ ਰੱਖਣਾ ਚਾਹੀਦਾ ਹੈ, ਕਿਉਂਕਿ ਇਹ ਲੱਖਾਂ ਵਾਰ ਬੋਲਿਆ ਸੁਣਿਆ ਜਾਣਾ ਹੁੰਦਾ ਹੈ। ਅਕਲ ਕੱਪੜਿਆਂ ਵਿੱਚੋਂ ਨਹੀਂ, ਗੱਲਬਾਤ ਅਤੇ ਆਦਤਾਂ ਵਿੱਚੋਂ ਝਲਕਦੀ ਹੈ। ਯਾਤਰਾ ਦੌਰਾਨ ਇਹ ਜਾਣ ਕੇ ਖੁਸ਼ੀ ਹੁੰਦੀ ਹੈ ਕਿ ਦੂਜੇ ਵੀ ਸਾਡੇ ਵਰਗੇ ਹੀ ਹਨ। ਅਨੇਕਾਂ ਆਪ ਨਹੀਂ, ਉਹਨਾਂ ਦਾ ਸਮਾਨ ਯਾਤਰਾ ਕਰਦਾ ਹੈ। ਉਹ ਸਮਾਨ ਦੀ ਰਾਖੀ ਲਈ ਨਾਲ ਜਾਂਦੇ ਹਨ। ਮਨੁੱਖ ਮੌਤ ਤੋਂ ਨਹੀਂ ਡਰਦਾ, ਮਰਨ ਤੋਂ ਡਰਦਾ ਹੈ। ਚੰਗਾ ਜੀਵਨ ਲੰਬਾਈ ਵਿੱਚ ਨਹੀਂ, ਡੂੰਘਾਈ ਵਿੱਚ ਮਾਪਿਆ ਜਾਂਦਾ ਹੈ। ਆਪਣੇ ਆਪ ਨੂੰ ਜਾਣਨ ਲਈ ਕੁਝ ਅਰਸਾ ਅਜਨਬੀਆਂ ਵਿੱਚ ਵਿਚਰੋ। ਹਰ ਵਿਚਾਰਧਾਰਾ ਆਪਣੀਆਂ ਸੰਭਾਵਨਾਵਾਂ ਹੰਢਾਉਣ ਉਪਰੰਤ ਅਗਲੇਰੇ ਵਿਚਾਰਾਂ ਦੇ ਵਿਕਾਸ ਵਿੱਚ ਰੁਕਾਵਟ ਬਣ ਜਾਂਦੀ ਹੈ। ਆਪਣੀ ਸਮੁੱਚੀ ਯੋਗਤਾ ਪਰਖਣ ਲਈ ਖਾਲੀ ਜੇਬ ਨਾਲ ਯਾਤਰਾ ਤੇ ਨਿਕਲੋ। ਸਾਡੀ ਬੋਲਬਾਣੀ ਸਾਡੀ ਸੋਚ ਦੀ ਨੁਮਾਇਸ਼ ਲਾਉਂਦੀ ਹੈ। ਹੱਥ ਇਸ ਲਈ ਮਹੱਤਵਪੂਰਨ ਹਨ ਕਿਉਂਕਿ ਦਿਮਾਗ ਵੱਲੋਂ ਲਏ ਗਏ ਹਰੇਕ ਫੈਸਲੇ ਨੂੰ ਇਹ ਹੀ ਅਮਲ ਵਿੱਚ ਲਿਆਉਂਦੇ ਹਨ। ਚੰਗੀ ਗੱਲਬਾਤ ਉਹ ਹੁੰਦੀ ਹੈ ਜਿਸ ਦੇ ਵੇਰਵੇ ਭਾਵੇਂ ਯਾਦ ਨਾ ਰਹਿਣ, ਇੱਕ ਮਿੱਠਾ ਜਿਹਾ ਅਨੁਭਵ ਦਿਲ ਵਿੱਚ ਵਸਿਆ ਰਹਿੰਦਾ ਹੈ। ਬਚਤ ਦੀ ਆਦਤ ਤੋਂ ਬਿਨਾਂ ਮਿਹਨਤ ਵੀ ਮਜ਼ਦੂਰੀ ਬਣ ਕੇ ਰਹਿ ਜਾਂਦੀ ਹੈ। ਕਾਨੂੰਨ, ਨੇਮ, ਰਿਵਾਜ ਆਦਿ ਬੰਧਨ ਸਾਡੇ ਉੱਤੇ ਸਮਾਜ ਠੋਸਦਾ ਹੈ। ਅਸੂਲ, ਸੰਜਮ ਅਤੇ ਸਲੀਕਾ ਅਸੀਂ ਆਪ ਆਪਣੇ ਉੱਤੇ ਲਾਗੂ ਕਰਦੇ ਹਾਂ। ਜਿਤਨੀਆਂ ਕਿਸੇ ਵਿਅਕਤੀ ਦੀਆਂ ਲੋੜਾਂ ਘੱਟ ਹੁੰਦੀਆਂ ਹਨ, ਉਤਨਾ ਹੀ ਉਹ ਵਧੇਰੇ ਸੁਤੰਤਰ ਹੁੰਦਾ ਹੈ। ਮਦਦ ਕਰਨ ਵਾਲੇ ਨੂੰ ਕਦੀ ਜਿਤਲਾਉਣਾ ਨਹੀਂ ਚਾਹੀਦਾ ਅਤੇ ਮਦਦ ਲੈਣ ਵਾਲੇ ਨੂੰ ਕਦੀ ਭੁੱਲਣਾ ਨਹੀਂ ਚਾਹੀਦਾ। ਕਿਸੇ ਤੋਂ ਉਦੋਂ ਤੱਕ ਕੁਝ ਵੀ ਸਿੱਖਿਆ ਨਹੀਂ ਜਾ ਸਕਦਾ ਜਦੋਂ ਤੱਕ ਸਾਡੇ ਮਨ ਵਿੱਚ ਉਸ ਪ੍ਰਤੀ ਸਤਿਕਾਰ ਨਹੀਂ ਜਾਗਦਾ। ਸੰਜਮ ਉਹ ਢਾਲ ਹੈ ਜਿਸ ਨਾਲ ਸਿਆਣਾ ਬੰਦਾ ਸਾਰੇ ਹਮਲੇ ਸਫਲਤਾ ਨਾਲ ਬਰਦਾਸ਼ਤ ਕਰਦਾ ਹੈ। ਉਮਰ ਦੇ ਵਧਣ ਨਾਲ ਸਾਡੀ ਅਤੇ ਸ਼ੀਸ਼ੇ ਵਿਚਲੀ ਵਿੱਥ ਵੀ ਵੱਧਦੀ ਜਾਂਦੀ ਹੈ। ਲਗਭਗ 50 ਸਾਲ ਦੀ ਉਮਰ ਵਿੱਚ ਸਾਡੇ ਸਫਲ ਅਸਫਲ ਹੋਣ ਦਾ ਨਿਰਣਾ ਹੋ ਜਾਂਦਾ ਹੈ। ਬਾਕੀ ਜ਼ਿੰਦਗੀ ਇਸ ਨਿਰਣੇ ਦੀ ਰੋਸ਼ਨੀ ਵਿੱਚ ਗੁਜ਼ਰਦੀ ਹੈ। ਮਨੁੱਖ ਜਵਾਨੀ ਵਿੱਚ ਪਿਆਰ ਦਾ ਅਤੇ ਬੁਢਾਪੇ ਵਿੱਚ ਸਤਿਕਾਰ ਦਾ ਭੁੱਖਾ ਹੁੰਦਾ ਹੈ। ਬੁਢਾਪੇ ਵਿੱਚ ਮੂਰਖਾਂ ਤੋਂ ਸਿਵਾਏ ਸਾਰੇ ਬੰਦੇ ਸਿਆਣੇ ਅਤੇ ਸਾਊ ਹੋ ਜਾਂਦੇ ਹਨ। ਜਵਾਨੀ ਵਿੱਚ ਮਨੁੱਖ ਬਜਾਜਾਂ ਅਤੇ ਲਲਾਰੀਆਂ ਕੋਲ ਜਾਂਦਾ ਹੈ। ਬੁਢਾਪੇ ਵਿੱਚ ਐਨਕ ਸਾਜ਼ਾਂ ਅਤੇ ਦੰਦ ਸਾਜ਼ਾਂ ਕੋਲ ਜਾਣ ਲੱਗ ਪੈਂਦਾ ਹੈ। ਦੂਜਿਆਂ ਦਾ ਧਿਆਨ ਖਿੱਚਣ ਦੀ ਥਾਂ ਉਹਨਾਂ ਵੱਲ ਧਿਆਨ ਦੇਣ ਨਾਲ ਵਧੇਰੇ ਤਸੱਲੀ ਮਿਲਦੀ ਹੈ। ਮਾਂ ਬਣਨ ਉਪਰੰਤ ਇਸਤਰੀ ਆਰਾਮ ਕਰਨਾ ਭੁੱਲ ਜਾਂਦੀ ਹੈ। ਕੋਈ ਕਵੀ ਆਪਣੀ ਬੋਲੀ ਤੋਂ ਇਲਾਵਾ ਕਿਸੇ ਹੋਰ ਬੋਲੀ ਵਿੱਚ ਹਰਮਨ ਪਿਆਰਾ ਨਹੀਂ ਹੋਇਆ। ਮਾਂ ਇੱਕ ਅਜਿਹਾ ਰੱਬ ਹੈ ਜਿਸ ਦੀ ਹਸਤੀ ਪ੍ਰਤੀ ਕੋਈ ਵੀ ਨਾਸਤਿਕ ਨਹੀਂ ਹੁੰਦਾ। ਦੂਜਿਆਂ ਨੂੰ ਡਰਾਉਣ ਵਾਲੇ ਆਪ ਅੰਦਰੋਂ ਸਹਿਮੇ ਹੋਏ ਹੁੰਦੇ ਹਨ। ਇਸਤਰੀ ਆਪਣੇ ਆਪ ਨੂੰ ਛੁਪਾ ਕੇ ਪ੍ਰਗਟ ਕਰਦੀ ਹੈ। ਜਿਸ ਨਜ਼ਰ ਨਾਲ ਸਾਨੂੰ ਮਾਂ ਵੇਖਦੀ ਹੈ, ਉਹ ਨਜ਼ਰ ਦੁਨੀਆ ਦੇ ਕਿਸੇ ਹੋਰ ਬੰਦੇ ਕੋਲ ਨਹੀਂ ਹੁੰਦੀ। ਨਵੀਂ ਪਤਨੀ ਵੱਲੋਂ ਖਾਣਾ ਲਾਉਂਦਿਆਂ ਪਤੀ ਖਾਣੇ ਵੱਲ ਨਹੀਂ, ਪਤਨੀ ਵੱਲ ਵੇਖਦਾ ਹੈ। ਕੁਝ ਸਾਲ ਮਗਰੋਂ ਉਹ ਪਤਨੀ ਵੱਲ ਨਹੀਂ, ਖਾਣੇ ਵੱਲ ਵੇਖਦਾ ਹੈ। ਰਿਸ਼ਤਾ ਕੋਈ ਹੋਵੇ, ਇਹ ਉਦੋਂ ਤੱਕ ਹੀ ਨਿਭਦਾ ਹੈ ਜਦੋਂ ਤੱਕ ਤਮੀਜ਼ ਦੇ ਘੇਰੇ ਵਿੱਚ ਰਹਿ ਕੇ ਵਿਹਾਰ ਕੀਤਾ ਜਾਂਦਾ ਹੈ। ਜੇ ਕੰਮ ਨੂੰ ਟਾਲਣ ਦਾ ਕੋਈ ਬਹਾਨਾ ਹੋ ਸਕਦਾ ਹੈ ਤਾਂ ਵਿਹਲੜ ਅਤੇ ਕੰਮ ਚੋਰ ਉਸ ਨੂੰ ਨਿਸ਼ਚੇ ਹੀ ਲੱਭ ਲੈਣਗੇ।
ਕੋਈ ਅੱਗੋਂ ਕਿਤਨੀ ਮਿਹਨਤ ਕਰੇਗਾ, ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਅੱਜ ਤੱਕ ਉਸਨੇ ਮਿਹਨਤ ਕਿੰਨੀ ਕੀਤੀ ਹੈ। ਕੇਵਲ ਆਪੇ ਕੰਮ ਕਰਨ ਵਾਲੇ ਹੀ ਕਿਸੇ ਦੇ ਕੰਮ ਆ ਸਕਦੇ ਹਨ। ਚੰਗੀ ਕਵਿਤਾ ਆਮ ਕਰਕੇ ਕਵੀ ਆਪਣੇ ਜੀਵਨ ਦੇ 3 ਦਹਾਕਿਆਂ ਤੋਂ ਪਹਿਲਾਂ ਲਿਖ ਲੈਂਦਾ ਹੈ। ਮਨੁੱਖ ਕੋਲ ਕੁਝ ਵੀ ਅਜਿਹਾ ਨਹੀਂ ਜਿਹੜਾ ਜਾਨਵਰਾਂ ਲਈ ਲਾਹੇਵੰਦ ਹੋਵੇ, ਪਰ ਜਾਨਵਰਾਂ ਕੋਲ ਬਹੁਤ ਕੁਝ ਅਜਿਹਾ ਹੈ ਜੋ ਮਨੁੱਖ ਲਈ ਲਾਭਕਾਰੀ ਹੁੰਦਾ ਹੈ। ਮਨੁੱਖੀ ਇਤਿਹਾਸ ਵਿੱਚ ਵੀ ਦੋਸਤਾਂ ਦੀ ਵਫ਼ਾਦਾਰੀ ਦੇ ਮੁਕਾਬਲੇ ਘੋੜਿਆਂ ਦੀ ਵਫ਼ਾਦਾਰੀ ਦੀਆਂ ਉਦਾਹਰਨਾਂ ਵਧੇਰੇ ਹਨ। ਪੇਂਡੂਆਂ ਅਤੇ ਅਨਪੜ੍ਹਾਂ ਨੂੰ ਪ੍ਰੇਤ ਚਿੰਮੜਦੇ ਹਨ, ਸ਼ਹਿਰੀਆਂ ਅਤੇ ਪੜ੍ਹਿਆਂ ਲਿਖਿਆਂ ਦਾ ਦਿਮਾਗ ਖਰਾਬ ਹੁੰਦਾ ਹੈ। ਉਹੀ ਜਾਨਵਰ ਬਿਮਾਰ ਹੁੰਦੇ ਹਨ ਜਿਨ੍ਹਾਂ ਨੂੰ ਮਨੁੱਖ ਪਾਲਦਾ ਹੈ। ਜੀਵਨ ਦੇ ਕੁਝ ਚੋਣਵੇਂ ਪਲਾਂ ਵਿੱਚ ਹੀ ਮਨੁੱਖ ਇਨਸਾਨਾਂ ਵਾਲਾ ਵਿਹਾਰ ਕਰਦਾ ਹੈ, ਬਾਕੀ ਸਾਰਾ ਜੀਵਨ ਉਹ ਜਾਨਵਰਾਂ ਵਾਲੀ ਪੱਧਰ ਤੇ ਹੀ ਜਿਉਂਦਾ ਹੈ। ਨਰਕ ਡਰਾਵਾ ਹੈ, ਸਵਰਗ ਲਾਰਾ ਹੈ। ਮਨੁੱਖ ਨੂੰ ਇਹਨਾਂ ਦੋਹਾਂ ਦੀ ਲੋੜ ਹੁੰਦੀ ਹੈ। ਕਰਮ ਕਾਂਡਾਂ ਅਤੇ ਵਹਿਮਾਂ ਭਰਮਾਂ ਨੂੰ ਮੰਨਣ ਵਾਲੇ ਲੋਕ ਸੋਚਣ ਨਾਲ ਉਪਜਣ ਵਾਲੇ ਦਰਦ ਤੋਂ ਬਚੇ ਰਹਿੰਦੇ ਹਨ। ਸ਼ਹੀਦ ਮੌਤ ਦਾ ਵਟਣਾ ਮਲ ਕੇ ਸੋਹਣੇ ਹੋ ਜਾਂਦੇ ਹਨ। ਸੱਚ ਉੱਤੇ ਤੋਹਮਤਾਂ ਭਾਵੇਂ 100 ਲੱਗਣ, ਉਸਨੂੰ ਕਦੇ ਸ਼ਰਮਿੰਦਗੀ ਨਹੀਂ ਸਹਿਣੀ ਪੈਂਦੀ। ਜੇ ਧੱਕੇ ਖਾਣ ਦੀ ਜਾਂਚ ਆਉਂਦੀ ਹੋਵੇ ਤਾਂ ਹਰ ਧੱਕੇ ਨਾਲ ਅਸੀਂ ਅੱਗੇ ਹੀ ਜਾਵਾਂਗੇ। ਜਿਹੜੇ ਆਪਣੇ ਕੱਪੜੇ ਆਪ ਪ੍ਰੈਸ ਕਰਦੇ ਹਨ, ਉਹ ਆਪਣੇ ਕੱਪੜਿਆਂ ਦਾ ਵਧੇਰੇ ਧਿਆਨ ਰੱਖਦੇ ਹਨ। ਹਵਾਈ ਜਹਾਜ਼ ਵਿੱਚ ਖਲੋ ਕੇ ਬੈਠੇ ਬੰਦਿਆਂ ਨੂੰ ਵੇਖਣ ਨਾਲ ਹਰ ਕੋਈ ਉਤਨਾ ਕੁ ਦਿਸਦਾ ਹੈ ਜਿਤਨਾ ਪਾਸਪੋਰਟ ਵਿੱਚ ਲੱਗੀ ਫੋਟੋ ਵਿੱਚ ਦਿਸਦਾ ਹੈ। ਸ਼ਹੀਦ ਮੌਤ ਦੇ ਅਰਥ ਬਦਲ ਦਿੰਦਾ ਹੈ। ਹਰ ਮੋਟਾ ਬੰਦਾ ਭਾਰ ਤੋਲਣ ਵੇਲੇ ਸੋਚਦਾ ਹੈ ਕਿ ਹੁਣ ਤਾਂ ਭਾਰ ਘਟ ਗਿਆ ਹੋਵੇਗਾ। ਗੱਦਾਰ ਹਮੇਸ਼ਾ ਉਸ ਸਮੇਂ ਧੋਖਾ ਦਿੰਦਾ ਹੈ ਜਦੋਂ ਉਸਦੀ ਵਫ਼ਾਦਾਰੀ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਜੇ ਨੀਅਤ ਮਾੜੀ ਹੋਵੇ ਤਾਂ ਕਾਰਨਾਮੇ ਕਰਤੂਤਾਂ ਬਣ ਜਾਂਦੇ ਹਨ। ਈਰਖਾਲੂ ਦੀ ਨਜ਼ਰ ਕਦੇ ਕਮਜ਼ੋਰ ਨਹੀਂ ਹੁੰਦੀ। ਨਕਲਮਾਰ ਜਿੱਥੇ ਵੀ ਜਾਂਦਾ ਹੈ, ਨਕਲ ਦੀ ਆਦਤ ਨਾਲ ਲੈ ਕੇ ਜਾਂਦਾ ਹੈ। ਜਵਾਨੀ ਉਦੋਂ ਤੱਕ ਹੀ ਹੁੰਦੀ ਹੈ ਜਦੋਂ ਤੱਕ ਕੋਈ ਸਾਨੂੰ ਆਪਣੀ ਮੁਹੱਬਤ ਨਾਲ ਪ੍ਰਸੰਨ ਜਾਂ ਉਦਾਸ ਕਰ ਸਕਦਾ ਹੋਵੇ। ਇਮਤਿਹਾਨਾਂ ਵਿੱਚ ਨਕਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਰੁਜ਼ਗਾਰ ਯੋਗਤਾ ਦੇ ਆਧਾਰ ਤੇ ਨਹੀਂ, ਡਿਗਰੀ ਦੇ ਆਧਾਰ ਤੇ ਮਿਲੇਗਾ। ਇਕੱਠੇ ਸੈਰ ਕਰਨ ਵਾਲੇ ਪਤੀ ਪਤਨੀ ਜ਼ਿੰਦਗੀ ਦੀ ਹਰ ਵਿਗਾੜ ਦਾ ਖਿੜੇ ਮੱਥੇ ਸਾਹਮਣਾ ਕਰ ਸਕਦੇ ਹਨ। ਡਾਕੀਆ ਸੁੱਖ ਦੁੱਖ ਵੰਡਦਾ ਸਾਰੇ ਸਮਾਜ ਨੂੰ ਹਰਕਤ ਵਿੱਚ ਰੱਖਦਾ ਹੈ। ਪੇਂਡੂ ਵਿਦਿਆਰਥੀ ਪਾਸ ਹੋਣ ਲਈ ਨਕਲ ਮਾਰਦੇ ਹਨ ਅਤੇ ਸ਼ਹਿਰੀ ਵਿਦਿਆਰਥੀ ਅੱਵਲ ਆਉਣ ਲਈ। 10 ਸਾਲ ਦੇ ਅਨਪੜ੍ਹ, 20 ਸਾਲ ਦੇ ਬਿਮਾਰ, 30 ਸਾਲ ਦੇ ਵਿਹਲੇ, 40 ਸਾਲ ਦੇ ਕੁਮਾਰੇ, 50 ਸਾਲ ਦੇ ਨਿਰਸੰਤਾਨ ਅਤੇ 60 ਸਾਲ ਦੇ ਬਿਨ ਮਕਾਨ ਬੰਦੇ ਦੀ ਹਾਲਤ ਕਦੇ ਨਹੀਂ ਸੁਧਰਦੀ। ਟੈਲੀਫੋਨ ਉੱਤੇ ਸੁਨੇਹਾ ਪਹਿਲੇ 5 ਵਾਕਾਂ ਵਿੱਚ ਦਿੱਤਾ ਲਿਆ ਜਾਂਦਾ ਹੈ, ਬਾਕੀ ਸਾਰੀ ਗੱਲਬਾਤ ਲਮਕਾਊ ਹੁੰਦੀ ਹੈ। ਸੈਰ ਕਰਨ ਨਾਲ ਭਾਵੇਂ ਗਿਆਨ ਪ੍ਰਾਪਤ ਨਹੀਂ ਹੁੰਦਾ, ਪਰ ਪ੍ਰਾਪਤ ਗਿਆਨ ਦੀ ਪੁਣ ਛਾਣ ਹੋ ਜਾਂਦੀ ਹੈ। ਹਰ ਸੱਭਿਆਚਾਰ ਦੇ ਲੋਕਾਂ ਨੂੰ ਇਹ ਭਰਮ ਹੁੰਦਾ ਹੈ ਕਿ ਉਹ ਬੜੇ ਮਿਲਾਪੜੇ ਅਤੇ ਮਹਿਮਾਨ ਨਿਵਾਜ਼ ਹਨ। ਪ੍ਰਾਪਤ ਹੋਏ ਚੰਗੇ ਖੱਤ ਸਾਡੇ ਸਿਰ ਦਾ ਸਿਰਹਾਣਾ ਬਣੇ ਰਹਿੰਦੇ ਹਨ। ਪੁਰਸ਼ ਪਹਾੜ ਨੂੰ ਚੜ੍ਹਨ ਦੀ ਦ੍ਰਿਸ਼ਟੀ ਨਾਲ ਅਤੇ ਇਸਤਰੀਆਂ ਡਿੱਗ ਪੈਣ ਦੇ ਭੈ ਨਾਲ ਵੇਖਦੀਆਂ ਹਨ। ਸਾਡੇ ਮਨ ਦੀਆਂ ਸ਼ਿਕਾਇਤਾਂ ਸਾਡੀਆਂ ਸਰੀਰਕ ਸਮੱਸਿਆਵਾਂ ਬਣ ਕੇ ਪ੍ਰਗਟ ਹੁੰਦੀਆਂ ਹਨ।
ਕਿਸੇ ਡਿੱਗੇ ਹੋਏ ਬੰਦੇ ਨੂੰ ਚੁੱਕਣ ਦੀ ਥਾਂ ਉਸ ਨੂੰ ਆਪੇ ਉੱਠਣ ਦਾ ਹੌਸਲਾ ਦੇਣਾ ਚਾਹੀਦਾ ਹੈ। ਅੰਤ ਨੂੰ ਜ਼ਿੰਦਗੀ ਹਰ ਕਿਸੇ ਨਾਲ ਰੁੱਸ ਜਾਂਦੀ ਹੈ। ਕਈ ਕੁੱਕੜ ਸਮਝਦੇ ਹਨ ਕਿ ਜੇ ਉਹ ਬਾਂਗ ਨਾ ਦੇਣ ਤਾਂ ਸੂਰਜ ਨਹੀਂ ਚੜ੍ਹੇਗਾ। ਛੋਟੀ ਚੀਜ਼ ਦੇ ਵੱਡੇ ਪਰਛਾਵੇਂ ਨੂੰ ਚਿੰਤਾ ਕਹਿੰਦੇ ਹਨ। ਜਿਸ ਨੂੰ ਅਸੀਂ ਥਕਾਵਟ ਸਮਝਦੇ ਹਾਂ ਉਹ ਅਸਲ ਵਿੱਚ ਕੰਮ ਵਿੱਚ ਦਿਲਚਸਪੀ ਨਾ ਹੋਣ ਦਾ ਅਕੇਵਾਂ ਹੁੰਦਾ ਹੈ। ਆਪਣੀਆਂ ਸਮੱਸਿਆਵਾਂ ਲਈ ਆਪਣੇ ਤੋਂ ਕਮਜ਼ੋਰਾਂ ਨੂੰ ਦੋਸ਼ ਦੇਣ ਦੀ ਬਿਰਤੀ ਵਿਸ਼ਵ ਵਿਆਪੀ ਹੈ। ਸਾਡੇ ਚਿਹਰੇ ਦੀ ਨੁਹਾਰ ਦਾ ਨਿਰਣਾ ਸਾਡੀਆਂ ਅੱਖਾਂ ਕਰਦੀਆਂ ਹਨ। ਜਦੋਂ ਕਿਸੇ ਨਾਲ ਨਫ਼ਰਤ ਹੋ ਜਾਵੇ ਤਾਂ ਹੋਰ ਨਫ਼ਰਤ ਕਰਨ ਦੇ ਨਿਤ ਨਵੇਂ ਕਾਰਨ ਲੱਭੇ ਜਾਂਦੇ ਹਨ ਅਤੇ ਸਹਿਜੇ ਹੀ ਲੱਭ ਜਾਂਦੇ ਹਨ। ਜਿੱਤਿਆ ਹੋਇਆ ਬੰਦਾ ਥਕਾਵਟ ਦੀ ਸ਼ਿਕਾਇਤ ਨਹੀਂ ਕਰਦਾ। ਜਿਉਂ-ਜਿਉਂ ਮਨੁੱਖ ਪੀਣ ਵਾਲੇ ਪਾਣੀ ਨੂੰ ਸਾਫ਼ ਕਰਦਾ ਗਿਆ ਹੈ ਤਿਉਂ-ਤਿਉਂ ਉਸ ਦੀ ਉਮਰ ਵੱਧਦੀ ਗਈ ਹੈ। ਧੋਖੇਬਾਜ਼ ਦਾ ਪਛਤਾਵਾ ਵੀ ਧੋਖਾ ਹੁੰਦਾ ਹੈ। ਚੰਗੇ ਬਣੋ, ਇਕੱਲੇ ਰਹਿ ਜਾਣ ਦੇ ਬਾਵਜੂਦ ਗੁਣਾਂ ਦੇ ਸਾਥ ਕਾਰਨ ਇਕੱਲੇ ਮਹਿਸੂਸ ਨਹੀਂ ਕਰੋਗੇ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।